ਗੁਰਮਤੇ ਦੀ ਗੱਲ ਕੀਤੀ ਹੈ। ਗੁਰਮਤੇ ਦਾ ਸੰਵਿਧਾਨ ਜਿਹੜਾ ਹੈਗਾ ਸੀ ਪਿਛਲੇ ਸਾਲਾਂ ਦੇ ਵਿੱਚ ਇਗਨੋਰ ਕੀਤਾ ਗਿਆ, ਉਸ ਦੀ ਗੱਲ ਹੀ ਨਹੀਂ ਛੜੀ। ਕਾਰਨ ਕੀ ਮੰਨਦੇ? 1925 ਸੇ ਗੁਰਦੁਆਰਾ ਐਕਟ ਬਣਿਆ। ਉਸ ਤੋਂ ਬਾਅਦ ਕੀ ਹੋਇਆ, ਸਾਰਾ ਸਿਸਟਮ ਸਾਡੇ ਉੱਤੇ ਅੰਗਰੇਜ਼ਾਂ ਦਾ ਭਾਰੂ ਪੈ ਗਿਆ। ਤਾਂ ਜਿਹੜਾ ਅਕਾਲ ਤਖਤ ਸਾਹਿਬ ਹੈ ਜਾਂ ਬਾਕੀ ਵੀ ਗੁਰਦੁਆਰਿਆਂ ਦਾ ਪ੍ਰਬੰਧ ਸਿੱਧਾ ਜਾਂ ਸਿੱਧੇ ਰੂਪ ਵਿੱਚ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਰਿਹਾ। ਇੱਕ ਪੀਐਨ ਨੂੰ ਵੀ ਇਸ ਤਰੀਕੇ ਨਾਲ ਨਹੀਂ ਹਟਾਇਆ ਜਾਂਦਾ ਜਿਵੇਂ ਜੋ ਆਪਾਂ ਪਿਛਲੇ ਸਮਿਆਂ 'ਚ ਵੀ ਵੇਖਿਆ। ਅਕਾਲ ਤਖਤ ਸਾਹਿਬ ਜਿਹੜਾ ਦੁਨੀਆ ਦੇ ਸਾਰੇ ਤਖਤਾਂ ਤੋਂ ਅਸੀਂ ਉੱਚਾ ਮੰਨਦੇ ਹਾਂ, ਉਹਦਾ ਜਿਹੜਾ ਜਥੇਦਾਰ ਹੈ ਉਹ ਐਸਜੀਪੀਸੀ ਦਾ ਇੱਕ ਮੁਲਾਜ਼ਮ ਦੀ ਤਰ੍ਹਾਂ ਐਸਜੀਪੀਸੀ ਜਿਹੜੀ ਆ ਉਹਨੂੰ ਰੱਖਦੀ ਹੈ ਤੇ ਉਹਦੇ ਨਾਲ ਬਿਹੇਵ ਕਰਦੀ ਹੈ। ਅੱਜ ਤਾਂ ਬੰਦੇ ਕਿਵੇਂ ਕਸਮਾਂ ਖਾ ਕੇ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਕਿ ਆਨੰਦਪੁਰ ਦੇ ਮਸਲੇ ਤੇ ਵੀ ਖਾਧੀਆਂ, ਤੇ ਅੱਜ ਕੌਣ ਕਿੱਥੇ ਖੜਾ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ। ਮਤਲਬ ਹੁਣ ਦੇਖੋ, ਸਰਬੱਤ ਖਾਲਸਾ ਦੇ ਜਥੇਦਾਰ ਵੱਖਰੇ ਵੱਖਰੇ ਹੋਏ ਫਿਰਦੇ ਆ। ਜਿਨ੍ਹਾਂ ਤੋਂ ਪ੍ਰਬੰਧ ਲੈਣਾ ਹੈ ਅਕਾਲ ਤਖਤ ਸਾਹਿਬ ਦਾ, ਉਹ ਵੀ ਬੜੇ ਬਦਮਾਸ਼ ਨੇ। ਉਹ ਇੰਨੇ ਭਲੇ ਮਾਨਸੀ ਨਾਲ ਪ੍ਰਬੰਧ ਦੇਣ ਵਾਲੇ ਨਹੀਂ। ਪੂਰੇ ਵਿਸ਼ਵ 'ਚੋਂ ਪੁੱਛ ਲਓ, ਸਾਰੇ ਕਹਿੰਦੇ ਨੇ ਕਿ ਬਾਦਲ ਦੇ ਐਂਟੀ, ਬਾਦਲ ਗਰੁੱਪ ਦੇ ਐਂਟੀ ਇੱਕ ਕੈਂਡੀਡੇਟ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਦਾ ਅਨਮਿਊਟ ਤੇ ਤੁਹਾਡਾ ਸਵਾਗਤ। ਮੈਂ ਜਗਜੀਤ ਸਿੰਘ ਪੰਜੋਲੀ। ਆਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਵਿਸ਼ਵ ਸਿੱਖ ਇਕੱਤਰਤਾ ਹੋਈ ਆ, ਉਹਦੇ ਵਿੱਚ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਪਹੁੰਚੇ ਹੈ। ਦੇਖਦੇ ਹਾਂ ਕਿ ਉਹਨਾਂ ਦੇ ਨਜ਼ਰੀਏ ਦੇ ਵਿੱਚ ਇਸ ਪੰਥਕ ਇਕੱਠ ਦੀ ਕੀ ਮਹੱਤਤਾ ਹੈ ਤੇ ਕਿਵੇਂ ਉਹ ਦੇਖਦੇ ਆ ਕਿ ਜਿਹੜੇ ਇੱਥੇ ਫੈਸਲੇ ਲਏ ਜਾਣਗੇ ਜਾਂ ਜਿਨ੍ਹਾਂ ਕਰਕੇ ਇਹ ਇਕੱਤਰਤਾ ਸੱਦਣੀ ਪਈ, ਕੀ ਲੋੜ ਪਈ। ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ। ਮਾਝੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਨਜ਼ਰ ਦੇ ਵਿੱਚ ਅੱਜ ਦੀ ਜਿਹੜੀ ਇਕੱਤਰਤਾ ਸੱਦੀ ਹੈ, ਉਹਦੇ ਮਾਇਨੇ ਕੀ ਹੈ? ਦੇਖੋ, ਇਹ ਜਿਹੜੀ ਵਿਸ਼ਵ ਸਿੱਖ ਇਕੱਤਰਤਾ ਸੱਦੀ ਹੈ ਸਾਡੇ ਸਨਮਾਨਯੋਗ ਵੀਰਾਂ ਨੇ, ਮੈਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਰਨੀ ਚਾਹੁੰਦਾ ਕਿ ਇਹਨਾਂ ਵੀਰਾਂ ਨੇ ਬਹੁਤ ਮਿਹਨਤ ਕੀਤੀ ਹੈ। ਪਿਛਲੇ 1.5-2 ਸਾਲ ਤੋਂ ਲਗਾਤਾਰ ਪੰਜਾਬ ਆਸੇ-ਪਾਸੇ ਦੂਰ ਦਰਾਡੇ ਸਾਰੇ ਰਾਬਤਾ ਕੀਤਾ। ਜਿਹੜੇ ਸਰਗਰਮ ਸਿੱਖ ਜਥੇ ਨੇ, ਜਥੇਬੰਦੀਆਂ ਨੇ, ਵੱਖ-ਵੱਖ ਸੰਪਰਦਾਵਾਂ ਨੇ, ਉਹਨਾਂ ਤੱਕ ਸੁਨੇਹਾ ਦਿੱਤਾ ਗਿਆ ਕਿ ਕਿਵੇਂ ਤੁਸੀਂ ਜਿਹੜਾ ਹੈ ਆਪਣਾ ਜਿਹੜਾ ਅਕਾਲ ਤਖਤ ਸਾਹਿਬ ਦਾ ਸਿਸਟਮ ਹੈ ਉਹ ਕਿਵੇਂ ਚੱਲਣਾ ਚਾਹੀਦਾ, ਉਹਦਾ ਵਿਧੀ ਵਿਧਾਨ ਕਿਵੇਂ ਹੋਵੇ। ਤਾਂ ਉਸ ਤੋਂ ਬਾਅਦ ਇਹ ਜਿਹੜੀ ਇਕੱਤਰਤਾ ਰੱਖੀ ਗਈ ਹੈ ਤੇ ਬੜੀ ਜ਼ਰੂਰੀ ਸੀਗੀ, ਕਿਉਂਕਿ ਦੇਖੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਲਾਹੀ ਹਜ਼ੂਰੀ ਦੇ ਵਿੱਚ ਜਿਹੜਾ ਪੁਰਾਤਨ ਸਾਡਾ ਤਰੀਕਾ ਸੀਗਾ, ਜਿਵੇਂ ਸੰਗਤ ਦੇ ਵਿੱਚੋਂ 5 ਸਿੰਘਾਂ ਦੀ ਚੋਣ ਹੁੰਦੀ ਸੀ, ਉਸੇ ਤਰ੍ਹਾਂ ਚੋਣ ਕੀਤੀ ਗਈ ਹੈ। ਉਹ 5 ਸਿੰਘ ਇਸ ਇਕੱਠ ਦੇ ਲਈ ਮਤਲਬ ਸਿਰਫ ਚੁਣੇ ਗਏ ਨੇ। ਤਾਂ ਉਸ ਤੋਂ ਬਾਅਦ ਸਾਰਿਆਂ ਨੇ ਜੋ ਸਾਡੀ ਰਵਾਇਤ ਹੈ ਇੱਕ ਪੰਥਕ ਕੇ ਆਪਣੇ ਆਪਣੇ ਵਿਚਾਰ ਜਿਹੜੇ ਦਿੱਤੇ ਜਾ ਰਹੇ ਨੇ ਉਹ ਫਿਰ ਨੋਟ ਕੀਤੇ ਜਾ ਰਹੇ ਨੇ। ਉਹਦਾ ਭਵਿੱਖ ਦੇ ਵਿੱਚ ਕੀ ਜਿਹੜਾ ਇੱਕ ਫਾਈਨਲ ਆਖਰ ਤੇ ਹੋਣਾ ਗੁਰਮਤਾ, ਫਿਰ ਉਹਦੇ ਤੇ ਪਹਿਰਾ ਦੇਣ ਦੀ ਗੱਲ ਹੋਊਗੀ। ਸੋ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੀਆਂ ਇਕੱਤਰਤਾਵਾਂ ਦੀ ਬਹੁਤ ਵੱਡੀ ਸਾਨੂੰ ਲੋੜ ਹੈ। ਸਾਨੂੰ ਮਿਲ ਬੈਠ ਕੇ ਜਿਹੜੇ ਸਾਰੇ ਮਸਲੇ ਸਾਡੇ ਹੱਲ ਹੋ ਸਕਦੇ। ਜਿਹੜਾ ਤੁਸੀਂ ਗੁਰਮਤੇ ਦੀ ਗੱਲ ਕੀਤੀ ਹੈ, ਗੁਰਮਤੇ ਦਾ ਸੰਵਿਧਾਨ ਜਿਹੜਾ ਹੈਗਾ ਸੀ ਪਿਛਲੇ ਸਾਲਾਂ ਦੇ ਵਿੱਚ ਇਗਨੋਰ ਕੀਤਾ ਗਿਆ, ਉਸ ਦੀ ਗੱਲ ਹੀ ਨਹੀਂ ਛੜੀ। ਕਾਰਨ ਕੀ ਮੰਨਦੇ? ਦੇਖੋ, ਸਾਡੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ 6ਵੇਂ ਪਾਤਸ਼ਾਹ ਦੀ। ਉਸ ਤਖਤ ਸਾਹਿਬ ਦੇ ਉੱਪਰ ਜਦੋਂ 1925 ਸੇ ਗੁਰਦੁਆਰਾ ਐਕਟ ਬਣਿਆ, ਉਸ ਤੋਂ ਬਾਅਦ ਕੀ ਹੋਇਆ, ਸਾਰਾ ਸਿਸਟਮ ਸਾਡੇ ਉੱਤੇ ਅੰਗਰੇਜ਼ਾਂ ਦਾ ਭਾਰੂ ਪੈ ਗਿਆ। ਤਾਂ ਜਿਹੜਾ ਅਕਾਲ ਤਖਤ ਸਾਹਿਬ ਹੈ ਜਾਂ ਬਾਕੀ ਵੀ ਗੁਰਦੁਆਰਿਆਂ ਦਾ ਪ੍ਰਬੰਧ ਸਿੱਧਾ ਜਾਂ ਸਿੱਧੇ ਰੂਪ ਵਿੱਚ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਰਿਹਾ। ਅਕਾਲ ਤਖਤ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਵਰਗੇ ਲੱਗਦੇ ਰਹੇ, ਜਿਹੜੇ ਕਿ ਜਰਨਲ ਡਾਇਰ ਨੂੰ ਸਰੋਪਾ ਤੱਕ ਦੇ ਦਿੰਦੇ ਸੀਗੇ। ਤਾਂ ਉਸ ਤੋਂ ਬਾਅਦ ਕੀ ਸੀਗਾ ਕਿ ਹੁਣ ਜਦੋਂ ਐਸਜੀਪੀਸੀ ਬਣ ਗਈ, ਐਸਜੀਪੀਸੀ ਨੇ ਜੋ ਸਿਸਟਮ ਚਲਾਇਆ, ਉਹਨਾਂ ਨੇ ਮਤਲਬ ਜਥੇਦਾਰਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੂੰ ਨਿਯੁਕਤੀਆਂ ਕੀਤੀਆਂ ਜਾਂ ਉਹਨਾਂ ਨੂੰ ਹਟਾਇਆ ਗਿਆ, ਮਤਲਬ ਇੱਕ ਪੀਐਨ ਨੂੰ ਵੀ ਇਸ ਤਰੀਕੇ ਨਾਲ ਨਹੀਂ ਹਟਾਇਆ ਜਾਂਦਾ ਜਿਵੇਂ ਜੋ ਆਪਾਂ ਪਿਛਲੇ ਸਮਿਆਂ 'ਚ ਵੀ ਵੇਖਿਆ। ਇਸ ਕਰਕੇ ਵਿਸ਼ਵ ਭਰ ਵਿੱਚ ਬੈਠਾ ਹੋਇਆ ਸਿੱਖ ਇਹ ਮਹਿਸੂਸ ਕਰ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਜਿਹੜਾ ਦੁਨੀਆ ਦੇ ਸਾਰੇ ਤਖਤਾਂ ਤੋਂ ਅਸੀਂ ਉੱਚਾ ਮੰਨਦੇ ਹਾਂ, ਉਹਦਾ ਜਿਹੜਾ ਜਥੇਦਾਰ ਹੈ ਉਹ ਐਸਜੀਪੀਸੀ ਦਾ ਇੱਕ ਮੁਲਾਜ਼ਮ ਦੀ ਤਰ੍ਹਾਂ ਐਸਜੀਪੀਸੀ ਜਿਹੜੀ ਆ ਉਹਨੂੰ ਰੱਖਦੀ ਹੈ ਤੇ ਉਹਦੇ ਨਾਲ ਬਿਹੇਵ ਕਰਦੀ ਹੈ। ਤਾਂ ਵਿਸ਼ਵ ਦੇ ਵਿੱਚ ਬੈਠੇ ਹੋਏ ਸਿੱਖ ਅਕਾਲ ਤਖਤ ਸਾਹਿਬ ਦੀ ਹਸਤੀ ਜਿਹੜੀ ਆਜ਼ਾਦ ਰਹਿਣੀ ਚਾਹੀਦੀ ਹੈ, ਇਹਦੇ ਪ੍ਰਤੀ ਚਿੰਤਤ ਨੇ। ਇਹ ਵੀ ਉਸੇ ਪਾਸੇ ਨੂੰ ਜਾਂਦਾ ਕਦਮ ਹੈ। ਜਿਹੜੀ ਗੁਰਮਤੇ ਦੀ ਗੱਲ ਪੰਜੋਲੀ ਸਾਹਿਬ ਆਪ ਜੀ ਨੇ ਕੀਤੀ ਹੈ, ਦੇਖੋ ਗੁਰਮਤਾ ਜਿਹੜਾ ਮੈਂ ਤੁਹਾਨੂੰ ਯਾਦ ਕਰਾਉਣਾ ਕਿ ਅੱਜ 2023 ਚੱਲ ਰਿਹਾ। ਅੱਜ ਤੋਂ ਕਰੀਬ 200 ਸਾਲ ਪਹਿਲਾਂ ਸਨ 1823 ਦੇ ਵਿੱਚ 14 ਮਾਰਚ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਦੀਵਾਨ ਸਜਿਆ। ਵੱਖ-ਵੱਖ ਜਥਿਆਂ ਦੇ ਜਥੇਦਾਰ ਉਹਦੇ 'ਚ ਸ਼ਾਮਲ ਸੀਗੇ।
ਆਖਰ ਫੈਸਲਾ ਹੋ ਗਿਆ ਕਿ ਜਿਹੜੀ ਨੇੜਲੀ ਲੜਾਈ ਆ ਉਹਦੇ ਬਾਰੇ ਆਪਾਂ ਹੁਣੇ ਕਹਿੰਦੇ ਤੁਰੰਤ ਲੜਾਈ ਲੜਾਂਗੇ। ਸਾਰਿਆਂ ਨੇ ਮਿਲ ਕੇ ਵਿਚਾਰਾਂ ਕਰ ਲੀਆਂ, ਅਰਦਾਸ ਹੋ ਗਈ, ਹੁਕਮਨਾਮਾ ਹੋ ਗਿਆ। ਉਹਦੇ ਦੋ ਕਾਰਨ ਸੀਗੇ। ਇੱਕ ਕਾਰਨ ਸੀਗਾ ਕਿ ਜੇ ਆਪਾਂ ਲੜਾਈ ਲੇਟ ਕਰਦੇ ਹਾਂ ਤਾਂ ਦੁਸ਼ਮਣ ਜਿਹੜਾ ਮੁਹੰਮਦ ਅਜ਼ੀਮ ਖਾਨ ਹੈ ਉਹਦਾ ਹੌਸਲਾ ਵੱਜੂਗਾ। ਦੂਜਾ ਉਹ 10,000 ਪਠਾਨ ਤੇ 40 ਵੱਡੀਆਂ ਤੋਪਾਂ ਲੈ ਕੇ ਆ ਰਿਹਾ, ਇਹ ਨਾ ਹੋਵੇ ਉਹ ਪਹਾੜੀ ਇਲਾਕੇ ਤੇ ਉੱਪਰ ਮੋਰਚਾਬੰਦੀ ਕਰ ਲਏ, ਆਪਾਂ ਬਾਅਦ ਵਿੱਚ ਪੱਧਰੇ ਮੈਦਾਨ ਤੇ ਰਹਿ ਜਾਾਂਗੇ, ਆਪਣਾ ਨੁਕਸਾਨ ਹੋਊਗਾ। ਮੈਂ ਕਹਿਣਾ ਇਹ ਚਾਹੁੰਦਾ ਕਿ ਚਲੋ ਫੈਸਲਾ ਹੋ ਗਿਆ, ਗੁਰਮਤਾ ਹੋ ਗਿਆ ਜੀ, ਹੁਣ ਲੜਾਈ ਲੜਨੀ ਹੈ। ਅਕਾਲੀ ਬਾਬਾ ਫੂਲਾ ਸਿੰਘ ਦੀ ਕਮਾਂਡ ਹੇਠ 800 ਘੋੜਸਵਾਰ 700 ਪੈਦਲ ਸਿੰਘ ਜਦੋਂ ਤੁਰਨ ਲੱਗੇ ਹੈ ਤਾਂ ਦੇਸਾ ਸਿੰਘ ਮਜੀਠੀਆ ਤੇ ਸਰਦਾਰ ਫਤਿਹ ਸਿੰਘ ਆਲੂਵਾਲੀਏ ਦੀ ਕਮਾਂਡ ਹੇਠ ਦੂਜੇ ਜਥੇ ਨੂੰ ਮਹਾਰਾਜਾ ਰਣਜੀਤ ਸਿੰਘ ਜਦੋਂ ਰਵਾਨਾ ਕਰਨ ਲੱਗੇ ਤਾਂ ਐਨ ਉਸ ਮੌਕੇ ਇੱਕ ਸੂਈਏ ਨੇ ਆ ਕੇ CID ਦਿੱਤੀ। ਉਹਨੇ ਦੱਸਿਆ ਕਿ ਜਿਹੜਾ ਮੁਹੰਮਦ ਅਜ਼ੀਮ ਖਾਨ ਹੈ ਉਹ ਬਿਲਕੁਲ ਨੇੜੇ ਪਹੁੰਚ ਚੁੱਕਿਆ ਆਪਣੇ। ਤਾਂ ਜਦੋਂ ਇਸ ਤਰ੍ਹਾਂ ਲੱਗਿਆ ਮਹਾਰਾਜਾ ਰਣਜੀਤ ਸਿੰਘ ਸੋਚਣ ਲੱਗ ਗਏ ਵੀ ਆਪਣਾ ਤਾਂ ਨੁਕਸਾਨ ਬਹੁਤ ਹੋ ਜਾਊਗਾ, ਕਿਉਂਕਿ ਜਿਹੜੀ ਖਾਲਸਾ ਫੌਜ ਦੀਆਂ ਜਿਹੜੀਆਂ ਤੋਪਾਂ ਸੀਗੀਆਂ ਜਰਨਲ ਵੈਂਤੂਰਾ ਦੇ ਕੋਲ ਸੀ, ਉਹ ਰਾਤ ਤੱਕ ਪਹੁੰਚਣਾ ਸੀਗਾ। ਤਾਂ ਜਦੋਂ ਮਹਾਰਾਜਾ ਪਿੱਛੇ ਹਟਦਾ ਦਿਖਿਆ, ਅਕਾਲੀ ਫੂਲਾ ਸਿੰਘ ਜਿਹੜੇ ਵਾਪਸ ਆ ਗਏ। ਉਹ ਕਹਿੰਦੇ ਠੀਕ ਆ, ਤੁਸੀਂ ਮਹਾਰਾਜੇ ਹੋ, ਆਪਣੇ ਹਿਸਾਬ ਨਾਲ ਸੋਚਦੇ ਹੋਵੋਗੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁਣ ਅਰਦਾਸ ਹੋ ਚੁੱਕੀ ਆ, ਹੁਣ ਗੁਰਮਤਾ ਹੋ ਸਕਿਆ, ਹੁਣ ਗੁਰਮਤੇ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ। ਮਤਲਬ ਉਹਨਾਂ ਸਿੱਖਾਂ ਨੇ ਉੱਥੇ ਸ਼ਹਾਦਤਾਂ ਪਾਈਆਂ, ਹਾਲਾਂਕਿ ਨੁਸਹਿਰੇ ਦੀ ਜੰਗ ਵੀ ਸਿੱਖਾਂ ਨੇ ਜਿੱਤੀ, ਪਰ ਅਕਾਲੀ ਬਾਬਾ ਫੂਲਾ ਸਿੰਘ ਨੇ ਇਸ ਗੁਰਮਤੇ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਸ਼ਹਾਦਤ ਤੱਕ ਦਾ ਜਾਮ ਪੀ ਲਿਆ। ਸੋ ਇੱਕ ਤਾਂ ਉਹ ਸਾਡੇ ਹੈਗੇ ਨੇ ਜਥੇਦਾਰ ਤੇ ਸਾਡੇ ਗੁਰਮਤੇ ਨੂੰ ਸਮਰਪਿਤ। ਅੱਜ ਤਾਂ ਬੰਦੇ ਕਿਵੇਂ ਕਸਮਾਂ ਖਾ ਕੇ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਆਨੰਦਪੁਰ ਦੇ ਮਸਲੇ ਤੇ ਵੀ ਖਾਧੀਆਂ, ਤੇ ਅੱਜ ਕੌਣ ਕਿੱਥੇ ਖੜਾ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ। ਸਰਬੱਤ ਖਾਲਸੇ ਦਾ ਵੀ ਇੱਕ ਜ਼ਿਕਰ ਹੈ, ਜਿਹੜਾ ਪਿੱਛੇ ਸਰਬੱਤ ਖਾਲਸਾ ਹੋਇਆ ਉਹਦੇ ਤੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਸੀ ਉਦੋਂ ਤਾਂ ਕੁਝ ਪ੍ਰਧਾਨੀਆਂ ਦੇ ਨਾਂ ਤੇ ਛੱਡ ਕੇ ਉਹ ਵੀ ਕਿਤੇ ਨਾ ਕਿਤੇ ਗੱਲ ਟਿਕ ਨਹੀਂ ਸਕੀ। ਸਰਬੱਤ ਖਾਲਸਾ ਐਡਾ ਵੱਡਾ ਮੁਹਿੰਮ ਵਿੱਢੀ ਗਈ ਸੀ, ਇੱਕ ਲੋੜ ਮਤਲਬ ਸੰਗਤ ਦੀ ਇੱਕ ਮੰਗ ਸੀਗੀ, ਸੰਗਤ ਦੀ ਮੰਗ ਨੂੰ ਦੇਖ ਕੇ ਸਰਬੱਤ ਖਾਲਸਾ ਸੱਦਿਆ ਗਿਆ, ਪਰ ਉਹ ਜਿਹੜੀਆਂ ਉਮੀਦਾਂ ਤੇ ਸੱਦਿਆ ਗਿਆ ਸੀ ਉਹਦੇ ਤੇ ਖਰਾ ਉਤਰਿਆ। ਦੇਖੋ, ਜਿਹੜਾ ਸਰਬੱਤ ਖਾਲਸਾ ਸੀਗਾ, ਮੈਂ ਇਸ ਗੱਲ ਦਾ ਗਵਾਹ ਕਿ ਉਹ ਬੜੀ ਪਲੈਨਿੰਗ ਦੇ ਤਹਿਤ ਸੱਦਿਆ ਗਿਆ। ਉਹਦੇ ਵਿੱਚ ਵੀ ਜੇ ਹੁਣ ਆਪਾਂ ਬਹੁਤਾ ਪਿਛੋਕੜ ਨਾ ਫਰੋਲੀਏ, ਕਿਉਂਕਿ ਉਹ ਮੋٹے ਰੂਪ ਦੇ ਵਿੱਚ ਗੱਲ ਇਹ ਹੈ ਕਿ ਉੱਥੇ ਵੀ ਸਾਡੀਆਂ ਜਿਹੜੀ ਮਨਸ਼ਾ ਸੀਗੀ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਕੁਝ ਸੱਜਣਾਂ ਦੀ ਬਹੁਤ ਜ਼ਿਆਦਾ ਸਵਾਰਥੀ ਸੀਗੀ। ਜਿਵੇਂ ਉਹ ਫਿਰ ਉਸੇ ਵੇਲੇ ਸੰਤ ਤੋਂ ਭਾਈ ਤੋਂ ਜਥੇਦਾਰ ਬਣੇ, ਉਹ ਸਾਰਾ ਕੁਝ ਕੌਮ ਦੇ ਧਿਆਨ ਵਿੱਚ ਹੈ। ਤਾਂ ਮਤਲਬ ਹੁਣ ਦੇਖੋ, ਸਰਬੱਤ ਖਾਲਸਾ ਦੇ ਜਥੇਦਾਰ ਵੱਖਰੇ ਵੱਖਰੇ ਹੋਏ ਫਿਰਦੇ ਆ। ਮੈਨੂੰ ਇਦਾਂ ਲੱਗ ਰਿਹਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਨੂੰ ਇਹ ਲੱਗ ਰਿਹਾ ਜੇ SGPC ਨੂੰ ਢਾਹ ਲੱਗੀ, ਜੇ ਇਧਰੋਂ ਢਾਹ ਲੱਗੀ ਬਾਦਲਾਂ ਵੱਲੋਂ, ਤਾਂ ਸਰਬੱਤ ਖਾਲਸੇ ਦੇ ਪਵਿੱਤਰ ਸਿਧਾਂਤ ਨੂੰ ਵੀ ਢਾਹ ਜਿਹੜੀ ਆ ਉਹ ਲੱਗੀ ਹੈ। ਤਾਂ ਇਹੀ ਕਾਰਨ ਹੈ ਵੀ ਅੱਜ ਫਿਰ ਇਕੱਤਰਤਾਵਾਂ, ਫਿਰ ਸਾਰਾ ਕੁਝ ਚੱਲ ਰਿਹਾ। ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਥੇ ਵੀ ਇਹੀ ਸੁਝਾਅ ਦਿੱਤਾ, ਇਹੀ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਜਿਹੜੀ ਗੱਲ ਚੱਲ ਰਹੀ ਹੈ ਹੁਣ, ਤੁਸੀਂ ਕੀ ਗੱਲ ਰੱਖੀ, ਮੈਂ ਇਹ ਤੇ ਆਉਣਾ ਚਾਹੁੰਦਾ ਸੀ, ਤੁਸੀਂ ਗੱਲ ਕੀ ਰੱਖੀ ਹੈ? ਗੱਲ ਇਹੀ ਰੱਖੀ ਹੈ ਜੀ ਕਿ ਹੁਣ ਇੱਥੇ ਇੱਕ ਕਾਮਨ ਰਾਇ ਜਿਹੜੀ ਬਣ ਰਹੀ ਹੈ ਉਹ ਇਹ ਬਣ ਰਹੀ ਹੈ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਹੈ ਉਹ ਅਕਾਲੀ ਜਥੇ ਕੋਲ ਹੋਣਾ ਚਾਹੀਦਾ। ਅਕਾਲੀ ਜਥੇ ਉਹ ਅਕਾਲੀ ਜਿਹਦੇ ਬਾਰੇ ਭਾਈ ਕਾਨ ਸਿੰਘ ਨਾਭਾ ਨੇ ਕਿਹਾ, ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ, ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਵਿਪਤਾ ਨੂੰ ਮੰਨੇ ਖੁਸ਼ਹਾਲੀ ਹੈ, ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਕੀਦਾਰ, ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ, ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵਾ, ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ। ਐਸੇ ਅਕਾਲੀ ਨਿਸ਼ਕਾਮ ਸਿੰਘ ਜਿਹੜੇ ਨੇ ਉਹਨਾਂ ਦਾ ਇੱਕ ਜਥਾ ਬਣੇ। ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੇ ਤਾਂ ਕਿਹਾ ਕਿ 500 ਸਿੰਘਾਂ ਦਾ ਜਥਾ ਬਣੇ, ਜਿਹੜਾ ਕਿ ਆਪਣੀ ਲੰਗਰ ਚੋਂ ਪ੍ਰਸ਼ਾਦਾ ਛਕ ਲਵੇ ਤੇ ਜੋ ਲੋੜੀਂਦੀਆਂ ਉਹਨੂੰ ਵਸਤੂਆਂ ਚਾਹੀਦੀਆਂ ਨੇ ਉਹ ਗੁਰੂ ਘਰ ਚੋਂ ਮਿਲ ਜਾਣ, ਤੇ ਉਹ ਨਿਸ਼ਕਾਮ ਜਥੇ ਦਾ ਇੱਕ ਜਥੇਦਾਰ ਹੋਵੇ। ਇਸ ਤਰ੍ਹਾਂ ਨਾਲ ਜਿਹੜਾ ਪ੍ਰਬੰਧ ਹੋਣਾ ਚਾਹੀਦਾ ਹੈ। ਸੋ ਅਕਾਲੀ ਨਿਸ਼ਕਾਮ ਜਥੇ ਦੀ ਗੱਲ ਚੱਲ ਰਹੀ ਹੈ, ਪਰ ਮੈਂ ਬੇਨਤੀ ਇਹ ਕੀਤੀ ਹੈ ਕਿ ਇੱਕ ਪਾਸੇ ਸਾਨੂੰ ਇਹ ਤਿਆਰੀ ਵਿੱਢਣ ਦੀ ਲੋੜ ਹੈ, ਸਾਡੇ ਭਰਾ ਵਿਸ਼ਵ ਭਰ ਚੋਂ ਕੌਣ ਨੇ ਜਿਹੜੇ ਨਿਸ਼ਕਾਮਤਾ ਨਾਲ ਇਸ ਤਰ੍ਹਾਂ ਸੇਵਾ ਨਿਭਾ ਸਕਣਗੇ, ਤੇ ਦੂਜੇ ਪਾਸੇ ਜਿਹੜੇ ਜਿਨ੍ਹਾਂ ਤੋਂ ਪ੍ਰਬੰਧ ਲੈਣਾ ਅਕਾਲ ਤਖਤ ਸਾਹਿਬ ਦਾ ਉਹ ਵੀ ਬੜੇ ਬਦਮਾਸ਼ ਨੇ, ਉਹ ਇੰਨੇ ਭਲੇ ਮਾਨਸੀ ਨਾਲ ਪ੍ਰਬੰਧ ਦੇਣ ਵਾਲੇ ਨਹੀਂ। ਇਸ ਲਈ ਮੈਂ ਬੇਨਤੀ ਕੀਤੀ ਹੈ ਕਿ ਭਾਵੇਂ ਇਲੈਕਸ਼ਨ ਸਿਸਟਮ ਸਾਡਾ ਨਹੀਂ ਹੈ, ਪਰ ਇਹ ਸਾਡੇ ਗਲ ਪਾ ਦਿੱਤਾ ਅੰਗਰੇਜ਼ਾਂ ਵੱਲੋਂ। ਹੁਣ ਗਲ ਪਿਆ ਢੋਲ ਵਜਾਉਣ ਵਾਲੀ ਗੱਲ ਹੈ ਕਿ ਸਿੱਖ ਸੰਗਤ ਜਿਹੜੀ ਹੈ ਉਹ ਸਾਰੀ ਇਕੱਠੀ ਹੋ ਕੇ ਇਲਾਕਾ ਵਾਈਜ਼ SGPC ਦੇ ਹਲਕੇ ਨੇ ਜਿਵੇਂ, ਉਹਦੇ ਮੁਤਾਬਕ ਆਪਣਾ ਇੱਕ ਕੈਂਡੀਡੇਟ ਜਿਹੜਾ ਉਹ ਦੇਵੇ ਵੀ ਆਹ ਬੰਦਾ ਜੀ ਸਾਡੇ ਪੰਥ ਲਈ ਕੰਮ ਕਰਨ ਵਾਲਾ, ਤੇ ਆਹ ਅਸੀਂ ਦਿੰਦੇ ਆ। ਤੇ ਜਿਹੜੀਆਂ ਪੰਥਕ ਧਿਰਾਂ ਨੇ ਮੈਨੂੰ ਲੱਗਦਾ ਸਾਰੀਆਂ ਨੂੰ ਉਸ ਬੰਦੇ ਦੀ ਸਪੋਰਟ ਕਰਨੀ ਚਾਹੀਦੀ ਹੈ। ਜਿਹੜੀਆਂ ਇੱਕ ਕਾਬਜ ਤੇ ਰਹਿ ਤੇ ਦੂਜੀਆਂ ਧਿਰਾਂ ਹੈਗੀਆਂ ਨੇ, ਭਾਵੇਂ ਮਾਨ ਦਲ ਹੈ, ਭਾਵੇਂ ਭਾਈ ਰਣਜੀਤ ਸਿੰਘ ਦਾ ਦਲ ਹੈ, ਹੋਰ ਬਹੁਤ ਸਾਰੇ ਦਲ ਨੇ ਜਿਹੜੇ ਵੰਡੇ ਹੋਏ ਨੇ, ਕਿ ਇਹ ਅਲੱਗ-ਅਲੱਗ ਉਸ ਧਿਰ ਨੂੰ ਕਿਤੇ ਨਾ ਕਿਤੇ ਢਾਹ ਲਾ ਸਕਣਗੇ।
ਦੇਖੋ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਭਾਈ ਰਣਜੀਤ ਸਿੰਘ ਦੀ ਗੱਲ ਨਹੀਂ ਕਰ ਰਿਹਾ, ਪਰ ਮੈਂ ਇਹ ਬੇਨਤੀ ਜ਼ਰੂਰ ਮਤਲਬ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਵੀ ਇੱਕ ਬੰਦਾ ਹੋਵੇ, ਕੀ ਸਹਿਮਤੀ ਕਿੱਥੇ ਬਣੂ? ਸਹਿਮਤੀ ਕਿੱਥੇ ਬਣੂ? ਦੇਖੋ ਜੀ ਪੂਰਾ ਪੰਥ ਇਹ ਚਾਹੁੰਦਾ ਹੈ, ਮਤਲਬ ਇਹ ਕੋਈ ਮੇਰੀ ਗੱਲ ਨਹੀਂ। ਤੁਸੀਂ ਵੀ ਪੰਜੋਲੀ ਸਾਹਿਬ ਇੱਥੇ ਸੰਗਤ 'ਚ ਵਿਚਰਦੇ ਹੋ, ਪੂਰੇ ਵਿਸ਼ਵ 'ਚੋਂ ਪੁੱਛ ਲਓ, ਸਾਰੇ ਕਹਿੰਦੇ ਨੇ ਕਿ ਬਾਦਲ ਦੇ ਐਂਟੀ, ਬਾਦਲ ਗਰੁੱਪ ਦੇ ਐਂਟੀ ਇੱਕ ਕੈਂਡੀਡੇਟ ਹੋਣਾ ਚਾਹੀਦਾ। ਸੋ ਜਿਹੜਾ ਮਜ਼ਬੂਤ ਕੈਂਡੀਡੇਟ ਹੋਵੇ, ਜਿਹੜਾ ਸਿੱਖੀ ਨੂੰ ਸਮਰਪਿਤ ਹੋਵੇ ਤੇ ਸੂਝ-ਬੂਝ ਵਾਲਾ ਉਹ ਕੈਂਡੀਡੇਟ ਹੋਵੇ, ਫਿਰ ਸਾਰੇ ਜਿਹੜੇ ਨੇ ਉਸ ਪਾਸੇ ਨੂੰ ਝੁਕ ਜਾਣਗੇ। ਤਾਂ ਜਿਹੜੀਆਂ ਪੰਥਕ ਧਿਰਾਂ ਨੇ, ਜਿਹਦੇ ਵਿੱਚ ਭਾਈ ਰਣਜੀਤ ਸਿੰਘ ਜਾਂ ਸਿਮਰਨਜੀਤ ਸਿੰਘ ਮਾਨ ਜਿੰਨੇ ਵੀ ਨੇ, ਉਹ ਸਾਰੇ ਉਸ ਬੰਦੇ ਨੂੰ ਮੈਨੂੰ ਲੱਗਦਾ ਸਾਰੇ ਸਪੋਰਟ ਉਹਨਾਂ ਨੂੰ ਕਰਨੀ ਚਾਹੀਦੀ ਹੈ, ਉਹ ਕਰ ਦੇਣਗੇ। ਉਹਦੇ ਵਿੱਚ ਕੁਝ ਬੰਦੇ ਜਿਨ੍ਹਾਂ ਦਾ ਬੈਕਗ੍ਰਾਉਂਡ ਅਕਾਲੀ ਦਲ ਅੰਮ੍ਰਿਤਸਰ ਨਾਲ ਵੀ ਹੋ ਸਕਦਾ, ਕੁਝ ਭਾਈ ਰਣਜੀਤ ਸਿੰਘ ਨਾਲ ਵੀ ਹੋ ਸਕਦਾ, ਕੁਝ ਬੰਦੇ ਉਹ ਹੋਣਗੇ ਜਿਹੜੇ ਉਹਨਾਂ ਪਾਰਟੀਆਂ 'ਚ ਨਹੀਂ ਵੀ ਹੈਗੇ, ਉਹ ਤੋਂ ਬਿਨਾਂ ਵੀ ਪੰਥ ਜਿਉਂਦਾ ਹੈਗਾ ਨਾ, ਤੇ ਉਹ ਵੀ ਵਿੱਚ ਸ਼ਾਮਲ ਹੋ ਸਕਦੇ ਨੇ। ਸੋ ਕੁੱਲ ਮਿਲਾ ਕੇ ਇਹ ਹੈ ਕਿ ਬਾਦਲ ਦੇ ਐਂਟੀ ਇੱਕੋ ਹੀ ਜਿਹੜਾ ਪੰਥਕ ਬੰਦਾ ਹੋਵੇ ਉਮੀਦਵਾਰ, ਫਿਰ ਜਿਹੜਾ ਹੈਗਾ ਸਿਸਟਮ ਠੀਕ ਚੱਲੂਗਾ। ਫਿਰ ਜਿਹੜਾ ਨਿਸ਼ਕਾਮ ਸਿੰਘਾਂ ਦਾ ਜਥਾ ਤਿਆਰ ਹੋਊਗਾ, ਉਹ ਜਾ ਕੇ ਅਕਾਲ ਤਖਤ ਸਾਹਿਬ ਤੇ ਪ੍ਰਬੰਧ ਸੰਭਾਲ ਲੂਗਾ, ਤੇ ਅੱਗੋਂ ਵੀ ਨਿਸ਼ਕਾਮ ਸਿੰਘ ਹੀ ਐਸਜੀਪੀਸੀ ਦੇ ਵਿੱਚ ਹੋਣਗੇ। ਫਿਰ ਕੋਈ ਕਾਟੋ ਕਲੇਸ਼ ਨਹੀਂ ਹੋਣਾ, ਕੋਈ ਖੂਨ ਨਹੀਂ ਵਹਿਣਾ, ਤੇ ਸੋਹਣਾ ਪ੍ਰਬੰਧ ਹੋ ਸਕਦਾ। ਮੈਂ ਦਾਅਵੇ ਨਾਲ ਕਹਿਣਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਕਿ ਜੇ ਪੰਥ ਨੂੰ ਸਮਰਪਿਤ ਬੰਦੇ ਆ ਜਾਂਦੇ ਨੇ ਪ੍ਰਬੰਧ ਦੇ ਵਿੱਚ, ਜਿਹੜਾ ਪੰਜਾਬ ਦੇ ਵਿੱਚ ਅੱਜ ਡੇਰਾਵਾਦ ਹੈ, ਧਰਮ ਪਰਿਵਰਤਨ ਹੈ, ਜਾਤਾਂ ਪਾਤਾਂ ਨੇ, ਹੋਰ ਬੜੇ ਝਮੇਲੇ ਨੇ, ਇਹ ਸਾਰੇ ਮਸਲੇ ਹੱਲ ਹੋ ਸਕਦੇ ਨੇ ਜਦੋਂ ਅਕਾਲ ਤਖਤ ਸਾਹਿਬ ਤੋਂ ਜਦੋਂ ਇਹ ਲਹਿਰਾਂ ਚੱਲਣਗੀਆਂ ਨਾ ਪ੍ਰਚਾਰ ਦੀਆਂ ਸਾਰੇ ਪਾਸੇ, ਤਾਂ ਫਿਰ ਮਸਲਾ ਬੜੀ ਛੇਤੀ ਹੱਲ ਹੋ ਜਾਣਾ। ਸੋ ਕੁੱਲ ਮਿਲਾ ਕੇ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਜਿਹੜੀ ਅੱਜ ਪੰਥਕ ਇਕੱਤਰਤਾ ਰੱਖੀ ਆ, ਉਹਦਾ ਹੱਲ ਇਹ ਕੱਢਿਆ ਕਿ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਉਹਨਾਂ ਨੇ ਇਕੱਠੇ ਹੋ ਕੇ ਇੱਕ ਕੈਂਡੀਡੇਟ ਜਿਹੜਾ ਹਾਕਮ ਧਿਰ ਹੈਗੀ ਆ, ਜਿਹੜੀ ਸੱਤਾ ਧਿਰ ਹੈ ਐਸਜੀਪੀਸੀ ਤੇ ਕਾਬਜ ਹੈ, ਉਹਨੂੰ ਉਸ ਤਰੀਕੇ ਨਾਲ ਜਿਹੜੀ ਢਾਹ ਲਾਈ ਜਾ ਸਕਦੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਕੱਤਰਤਾ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ, ਜਿਹੜੇ ਫੈਸਲੇ ਲਏ ਜਾਂਦੇ ਆ ਉਹਦੇ ਤੇ ਕਿੰਨਾ ਕੁ ਖਰਾ ਉਤਰਦੀ ਹੈ, ਤਾਂ ਸਿੱਖ ਸੰਗਤ ਨੂੰ ਕਿੰਨਾ ਕੁ ਪ੍ਰਮਾਣ ਕਰਦੀ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਮੇਰੇ ਸਹਿਯੋਗੀ ਗਗਨ ਭਾਰਤੀ ਦੇ ਨਾਲ ਜਗਜੀਤ ਸਿੰਘ ਪੰਜੋਲੀ, ਅਨੰਦਪੁਰ ਸਾਹਿਬ।